ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਮੇਰੇ ਨਾਲ ਹੈਗੇ ਨੇ ਸਰਦਾਰ ਬਲਜੀਤ ਸਿੰਘ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ ਸੈਕਟਰੀ ਹੈਗੇ ਨੇ, ਅਤੇ ਸਾਡੇ ਨਾਲ ਹੈਗੇ ਗੁਰਦੀਪ ਵੀਰ ਜੀ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ, ਅਤੇ ਅੱਜ ਅਸੀਂ ਜਿਹੜਾ ਮਾਮਲਾ ਜਿਹੜਾ ਆਪ ਜੀ ਨੂੰ ਪੁੱਛਣਾ ਹੈਗਾ, ਇਹ ਤੁਸੀਂ ਆਪਣੀ ਜਿਹੜੀ ਸੰਸਥਾ ਹੈਗੀ ਹੈ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ, ਇਹਦੇ ਕੀ ਫੰਕਸ਼ਨ ਨੇ, ਕੀ ਵਿਊਜ਼ ਹੈ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਡੀ ਸੰਗਤ ਨੂੰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਿਰੋਲ ਧਾਰਮਿਕ ਗੈਰ ਰਾਜਨੀਤਿਕ ਅਕੈਡਮਿਕ ਸਵੈਮ ਸੇਵੀ ਸੰਗਠਨ ਹੈ, ਜਿਹੜਾ 1972 ਗੌਰਮੈਂਟ ਕਾਲਜ ਲੁਧਿਆਣੇ ਤੋਂ ਸ਼ੁਰੂ ਹੋਇਆ। 5 ਨੌਜਵਾਨ ਵੀਰਾਂ ਨੇ ਇੱਕ ਧਈਆ ਕੀਤਾ ਕਿ ਆਪਣੀ ਸਮਾਜ ਵਿੱਚ ਨਸ਼ਾ ਅਤੇ ਪਤਤ ਪੁਣੇ ਦੇ ਕੋੜ ਨੂੰ ਕੱਢਣ ਵਾਸਤੇ ਇਹਦੇ 'ਤੇ ਕੰਮ ਕੀਤਾ ਜਾਏ। 1972 ਤੋਂ ਤੁਰਦੇ ਹੋਏ ਇਹ 2022 ਤੱਕ 50 ਸਾਲਾਂ ਦਾ ਲੰਬਾ ਪੈਂਡਾ ਤੈਅ ਕਰਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਨੀਆ ਦੀ ਸਭ ਤੋਂ ਵੱਡੀ ਸਿੱਖ ਯੂਥ ਆਰਗੇਨਾਈਜੇਸ਼ਨ ਬਣ ਕੇ ਤਿਆਰ ਹੋ ਗਈ ਹੈ। ਔਰ ਸਾਨੂੰ ਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 8 ਡਾਇਰੈਕਟਰ ਵਿੱਚ 52 ਅਲੱਗ-ਅਲੱਗ ਡਿਪਾਰਟਮੈਂਟ 'ਚ ਕੰਮ ਕਰਦੀ ਹੈ, ਜਿਹਦੇ ਵਿੱਚ ਅਸੀਂ ਆਪਣੀ ਬੱਚਿਆਂ ਤੋਂ ਲੈ ਕੇ ਨੌਜਵਾਨ ਪਨੀਰੀ ਅਤੇ ਹੋਰ ਪੀੜ੍ਹੀ ਦਰ ਪੀੜ੍ਹੀ ਜਿਨ੍ਹਾਂ ਨੇ ਪੰਥ ਦੇ ਕਾਰਜ ਕਰਨੇ ਨੇ, ਉਹਨਾਂ ਨੂੰ ਅਕੈਡਮਿਕ ਅਤੇ ਸਮਾਜਿਕ 2 ਡਿਪਾਰਟਮੈਂਟਾਂ ਰਾਹੀਂ ਅਸੀਂ ਕਾਰਜ ਕਰਦੇ ਹਾਂ, ਤਾਂ ਕਿ ਹਰ ਉਮਰ ਦਰਾਜ ਨੂੰ ਗੁਰੂ ਪੰਥ ਅਤੇ ਗੁਰੂ ਗ੍ਰੰਥ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ। ਜਿਹੜੇ ਇਸ ਵੇਲੇ ਜਿਸ ਤਰ੍ਹਾਂ ਜਮਸ਼ੇਦਪੁਰ ਦੇ ਵਿੱਚ ਮਤਲਬ ਬਹੁਤ ਵਾਰੀ ਭੁਲੇਖਾ ਹੋ ਜਾਂਦਾ ਨਾਂ ਸੁਣ ਕੇ ਗੁਰੂ ਗੋਬਿੰਦ ਸਟੱਡੀ ਸਰਕਲ, ਅਤੇ ਜਿਸ ਤਰ੍ਹਾਂ ਜਿਹੜਾ ਸਟੱਡੀ ਸਰਕਲ ਦਾ ਇਸ ਵੇਲੇ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਗੁਰਦੀਪ ਵੀਰ ਜੀ ਹੋਣੀ ਇੱਥੇ ਬੱਚਿਆਂ ਦਾ ਕੀਰਤਨੀ ਕੰਪੀਟੀਸ਼ਨ ਕਰਾਉਂਦੇ ਨੇ ਗੁਰਦੁਆਰੇ ਜਾ ਕੇ, ਹੋਰ ਬਹੁਤ ਇਹੋ ਜਿਹਾ ਹੈਗਾ। ਤਾਂ ਕੀ ਅੱਗੇ ਕੁਝ ਸਟੱਡੀ ਦੇ ਬਾਰੇ ਵੀ ਇਹੋ ਜਿਹਾ ਮਟੀਰੀਅਲ ਤੁਹਾਡੇ ਪ੍ਰੋਗਰਾਮ ਦੇ ਵਿੱਚ ਹੈਗਾ? ਅਕੈਡਮਿਕ ਆਰਗੇਨਾਈਜੇਸ਼ਨ ਹੋਣ ਦੇ ਨਾਤੇ ਸਾਡਾ ਪਹਿਲਾ ਟਾਰਗੇਟ ਨੌਜਵਾਨ ਅਤੇ ਵਿਦਿਆਰਥੀ ਹੈ। ਨੌਜਵਾਨਾਂ ਦਾ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ, ਜਿੱਥੇ ਉਹਨੂੰ ਗੁਰੂ ਪੰਥ ਅਤੇ ਗੁਰੂ ਗ੍ਰੰਥ ਨਾਲ ਜੋੜਨਾ ਹੈ। ਉਹਨਾਂ ਵਾਸਤੇ ਗਵਰਨਮੈਂਟ ਟ੍ਰੇਨਿੰਗ ਕੈਂਪ ਲਗਾਉਣੇ ਨੇ, ਵਿਦਿਆਰਥੀ ਕਾਰਜਸ਼ਾਲਾ ਕਰਨੀ ਹੈ, ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸਿਸ ਚੱਲਣੀ ਹੈ, ਜਿੱਥੇ ਉਹਨਾਂ ਨੂੰ ਗੁਰਬਾਣੀ ਦੇ ਨਾਲ, ਕੀਰਤਨ ਦੇ ਨਾਲ, ਕਵਿਤਾਵਾਂ ਦੇ ਨਾਲ, ਸਿੱਖ ਇਤਿਹਾਸ ਨਾਲ, ਇਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਹੈ। ਉੱਥੇ ਨਾਲ ਹੀ ਨਾਲ ਬੱਚਿਆਂ ਦੀ ਅਕੈਡਮਿਕ ਜਿਹੜੀ ਪੜ੍ਹਾਈ ਹੈਗੀ, ਜੇ ਸਕੂਲ ਦੀ ਐਜੂਕੇਸ਼ਨ ਹੈ, ਉਸ ਦੇ ਵਿੱਚ ਵੀ ਉਹਨਾਂ ਨੂੰ ਮਦਦ ਕਰਨੀ, ਉਹਨਾਂ ਦੀ ਪੜ੍ਹਾਈ ਦਾ ਧਿਆਨ ਰੱਖਣਾ, ਅਤੇ ਉਹਨਾਂ ਦੀ ਪੜ੍ਹਾਈ 'ਚ ਜਿਨ੍ਹਾਂ 'ਚ ਕਮਜ਼ੋਰੀ ਹੈਗੀ ਹੈ, ਇੱਕ ਸਬਜੈਕਟ ਦੀ ਕਮੀ ਹੈ ਜਾਂ ਸਬਜੈਕਟ ਉਹਨੂੰ ਧਿਆਨ ਨਹੀਂ ਦੇ ਪਾ ਰਿਹਾ, ਬੱਚਾ ਪੜ੍ਹ ਨਹੀਂ ਪਾ ਰਿਹਾ, ਉਹਦੀ ਵੀ ਪੜ੍ਹਾਈ ਕਰਾਉਣੀ। ਔਰ ਉਹਦਾ ਮੁੱਖ ਮਨੋਰਥ ਹੈ ਕਿ ਇਹਦੇ ਨਾਲ ਗੁਰੂ ਨਾਨਕ ਵਿੱਦਿਆ ਕੇਂਦਰ ਵੀ ਇੱਕ ਚੱਲ ਰਿਹਾ ਹੈ, ਜਿਹੜਾ ਗੁਰੂ ਨਾਨਕ ਵਿੱਦਿਆ ਕੇਂਦਰ ਦਾ ਮੁੱਖ ਕਾਰਜ ਹੈਗਾ ਕਿ ਕਲਾਸ 4 to ਕਲਾਸ 9 ਤੱਕ ਇਹ ਟਿਊਸ਼ਨ ਕਲਾਸਿਸ ਹੁੰਦੀ ਹੈ, ਔਰ ਕਲਾਸ 9 ਤੋਂ ਅਬਾਊਟ 10 ਤੋਂ ਲੈ ਕੇ ਕੰਪੀਟੀਸ਼ਨ ਤੱਕ ਇਹ ਕੋਚਿੰਗ ਇੰਸਟੀਟਿਊਸ਼ਨ ਹੁੰਦਾ ਹੈ, ਜਿਹੜਾ 100% ਫ੍ਰੀ ਆਫ ਕਾਸਟ ਸੇਵਾ ਕਰਦਾ ਹੈ, ਔਰ ਜਿਹਦੇ ਵਿੱਚ ਬਾਕਾਇਦਾ ਟੀਚਰਸ, ਪ੍ਰਿੰਸੀਪਲ, ਸਕੂਲ ਵਾਂਗੂ ਹੀ ਚੱਲਦਾ ਹੈ। ਔਰ ਉਹਦੇ ਵਿੱਚ 3 ਤੋਂ ਲੈ ਕੇ 5 ਘੰਟੇ ਦੀ ਅਲੱਗ-ਅਲੱਗ ਕਲਾਸਿਸ ਹੁੰਦੀ ਹੈ, ਜਿਸ 'ਚ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹੇ ਲਿਖੇ ਅਤੇ ਸੂਝਵਾਨ ਬਣਾਉਣਾ, ਇਹ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇੱਕ ਹਿੱਸਾ ਹੈ। ਅਤੇ ਇਹਦੇ 'ਚ ਜਿਹੜੇ ਬੱਚੇ ਨੇ, ਇਹ ਕੀ ਸਿਰਫ ਸਿੱਖਾਂ ਦੇ ਬੱਚਿਆਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਐਜੂਕੇਸ਼ਨ ਦਿੱਤੀ ਜਾਂਦੀ ਹੈ, ਜਾਂ ਅਨਦਰ ਕਾਸਟ ਦੇ ਜਿਹੜੇ ਬੱਚੇ ਆਉਂਦੇ ਆ, ਕੋਈ ਵੀ ਸਭ ਨੂੰ ਨਿਰਪੱਖ ਭਾਵਨਾ ਸਿੱਖਿਆ ਦਿੱਤੀ ਜਾਂਦੀ ਹੈ? ਹਾਂ, ਸਾਰਿਆਂ ਨੂੰ ਨਿਰਪੱਖ ਭਾਵਨਾ ਨਾਲ ਹੀ ਸਿੱਖਿਆ ਦਿੱਤੀ ਜਾਂਦੀ ਹੈ। ਸਾਡਾ ਫਾਊਂਡੇਸ਼ਨ ਓਨਲੀ ਫਾਰ ਸਿੱਖ ਨਹੀਂ ਹੈਗੇ, ਕਿਉਂਕਿ ਅਸੀਂ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ 'ਚ ਬੈਠੇ ਹਾਂ। ਇੱਥੇ ਸਾਡਾ ਦੂਜਾ ਧਰਮਾਂ ਦੇ ਨਾਲ ਸਿੱਧਾ ਰਿਸ਼ਤਾ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਵੀ ਭਾਗੀਦਾਰੀ ਦਿੰਦੇ, ਉਹਨਾਂ ਦਾ ਵੀ ਹਿੱਸਾ ਦਿੰਦੇ ਹਾਂ, ਤਾਂ ਕਿ ਉਹਨਾਂ ਦੇ ਸਭ ਤੋਂ ਪਹਿਲੇ ਜੇ ਅਸੀਂ ਮੰਨ ਲਈਏ ਕਿ ਸਾਨੂੰ 10 ਬੱਚਿਆਂ ਨੂੰ ਸਕੂਲ ਦੀ ਫੀਸ ਦੇਣੀ ਹੈ, ਅਤੇ ਅਸੀਂ ਪਹਿਲੀ ਕੋਸ਼ਿਸ਼ ਕਰਾਂਗੇ ਕਿ ਘੱਟ ਤੋਂ ਘੱਟ 8 ਸਿੱਖਾਂ ਦੇ ਬੱਚਿਆਂ ਨੂੰ ਦਈਏ ਅਤੇ 2 ਨੌਨ ਸਿੱਖਾਂ ਨੂੰ ਦਈਏ, ਤਾਂ ਕਿ ਉਹਨਾਂ ਦੀ ਵੀ ਹਿੱਸੇਦਾਰੀ ਰਹਿ ਸਕੇ। ਸਕੂਲ ਦੀ ਫੀਸ ਦਾ ਮਾਮਲਾ ਜਿਸ ਤਰ੍ਹਾਂ ਤੱਕ ਹੈਗਾ ਆ, ਜਿੰਨੇ ਸਾਡੇ ਗੁਰਦੁਆਰੇ ਟਰਸਟ ਹੈਗੇ ਨੇ, ਗੁਰਦੁਆਰੇ ਹੈਗੇ ਨੇ, ਅਸੀਂ ਦੇਖਦੇ ਹਾਂ ਮਤਲਬ ਕਈ ਗੁਰਦੁਆਰਿਆਂ ਦੇ ਕਮੇਟੀਆਂ ਦੇ ਕੋਲ ਬਹੁਤ ਪੈਸਾ ਆ, ਅਤੇ ਕਈ ਬੱਚੇ ਸਿੱਖ ਬੱਚੇ ਹੋਣ, ਚਾਹੇ ਪਹਿਲਾਂ ਤਾਂ ਆਪਾਂ ਸਿੱਖਾਂ ਬੱਚਿਆਂ ਦੀ ਗੱਲ ਕਰਾਂਗੇ, ਕਈ ਸਿੱਖ ਬੱਚੇ ਇਸ ਵੇਲੇ ਮਤਲਬ ਕਿ ਫੀਸ ਤੋਂ ਮਰਹੂਮ ਹੋ ਜਾਂਦੇ, ਫੀਸ ਨਹੀਂ ਦਿੱਤੇ ਜਾਂਦੇ। ਅਤੇ ਕੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਵੱਲੋਂ ਕੋਈ ਇਹੋ ਜਿਹਾ ਇਨੀਸ਼ੀਏਟਿਵ ਹੈਗਾ ਕਿ ਇਹੋ ਜਿਹੇ ਬੱਚਿਆਂ ਨੂੰ ਸ਼ਾਰਟ ਲਿਸਟ ਕਰਕੇ ਉਹਨਾਂ ਦੇ ਸਕੂਲ ਦੀ ਫੀਸ ਪੇਡ ਅਪ ਕਰਨ ਦਾ ਕੋਈ ਪ੍ਰੋਗਰਾਮ ਤੁਹਾਡੇ ਵੱਲੋਂ? ਜਿੱਥੇ ਸਾਡੇ ਡਿਪਾਰਟਮੈਂਟਾਂ ਵਿੱਚੋਂ ਸਾਡੇ 5 ਕੌਂਸਲ ਹੈਗੇ ਨੇ, 5 ਕੌਂਸਲਾਂ 'ਚ ਅਲੱਗ-ਅਲੱਗ ਕਾਰਜ ਚੱਲਦੇ ਨੇ। ਜਿੱਥੇ ਅਸੀਂ ਨਸ਼ਾ ਵਿਰੋਧੀ ਕੰਮ ਕਰ ਰਹੇ ਹਾਂ, ਉੱਥੇ ਸਮਾਜ ਸੁਧਾਰ ਦੇ ਕੰਮ ਕਰ ਰਹੇ ਹਾਂ, ਉੱਥੇ ਅਸੀਂ ਕੇਸ਼ ਪਿਆਰ ਮੁਹਿੰਮ ਕਰ ਰਹੇ ਹਾਂ, ਉਹਦੇ ਨਾਲ ਹੀ ਅਸੀਂ ਕੀਰਤਨ ਸਿਖਲਾਈ ਦੀਆਂ ਕਲਾਸਾਂ ਲੈ ਰਹੇ ਹਾਂ, ਉਹਦੇ ਨਾਲ ਅਸੀਂ ਲਿਖਾਰੀ ਤਿਆਰ ਕਰ ਰਹੇ ਹਾਂ। ਇਸੇ ਤਰੀਕੇ ਦੇ ਨਾਲ ਜਦੋਂ ਜਿਸ ਬੱਚੇ ਦੀ ਐਜੂਕੇਸ਼ਨ ਦੀ ਜਿਹੜੀ ਗੱਲ ਆਉਂਦੀ ਹੈ, ਗੁਰੂ ਨਾਨਕ ਵਿੱਦਿਆ ਕੇਂਦਰ ਜਿਹੜਾ ਹੈ, ਉਹਦੇ ਹੀ ਨਾਲ ਇੱਕ ਡਿਪਾਰਟਮੈਂਟ ਚੱਲ ਰਿਹਾ ਹੈ, ਉਹ ਹੈਗਾ ਗੁਰੂ ਨਾਨਕ ਮੋਦੀ ਖਾਨਾ। ਗੁਰੂ ਨਾਨਕ ਮੋਦੀ ਖਾਨੇ ਦੇ ਵਿੱਚ ਜਿੱਥੇ ਅਸੀਂ ਵਿਦਿਆਰਥੀਆਂ ਦੀ ਕਿਤਾਬਾਂ ਦੀ ਲੋੜ ਪੂਰੀ ਕਰਨੀ,
ਕਾਪੀਆਂ ਦੀ ਲੋੜ ਪੂਰੀ ਕਰਨੀ, ਉਹਦੇ ਨਾਲ ਹੀ ਜਿਹੜੇ ਵਿਦਿਆਰਥੀ ਲੋੜਵੰਦ ਨੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਕੇ ਉਹਨਾਂ ਵਾਸਤੇ ਐਜੂਕੇਸ਼ਨ ਦੀਆਂ ਜਿਨ੍ਹਾਂ ਨੂੰ ਬਿਲਕੁਲ ਪੈਸਾ ਨਹੀਂ ਹੈਗਾ ਔਰ ਉਹਨਾਂ ਦੀ ਸਕੂਲ ਫੀਸ ਰੁਕਦੀ ਪਈ ਹੈ, ਉਹ ਕੰਮ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਤਾਂ ਦੇ ਸਹਿਯੋਗ ਨਾਲ ਕਰਦਾ ਹੈ। ਕਿਉਂਕਿ ਸਾਡਾ ਮੇਨ ਟਾਸਕ ਹੈਗਾ ਕਿ ਸੰਗਤ ਦਾ ਹਰ ਬੰਦਾ ਕਿਤੇ ਨਾ ਕਿਤੇ ਆਪਣੀ ਇਨਵੋਲਵਮੈਂਟ ਦੇਵੇ, ਅਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈਗਾ ਸਰਬੱਤ ਦੇ ਭਲੇ ਵਿੱਚ ਅਸੀਂ ਵੰਡ ਕੇ ਛਕਣ ਦੀ ਗੱਲ, ਅਤੇ ਇੱਥੇ ਵੀ ਜੇ ਸਾਡੇ ਕੋਲ ਐਕਸਟਰਾ ਅਮਾਊਂਟ ਹੈਗਾ ਅਤੇ ਅਸੀਂ ਕਿਸੇ ਬੱਚੇ ਦੀ ਪੜ੍ਹਾਈ ਕਰਕੇ ਉਹਨੂੰ ਦੇ ਕੇ ਅਤੇ ਉਸ ਬੱਚੇ ਦੀ ਐਜੂਕੇਸ਼ਨ ਅੱਗੇ ਵਧਾ ਸਕੀਏ। ਤੇ ਇੱਕ ਸਵਾਲ ਗੁਰਦੀਪ ਵੀਰ ਜੀ, ਆਪ ਜੀ ਜਦੋਂ ਇਹਨੂੰ ਆਪਰੇਟ ਕਰ ਰਹੇ ਹੋ, ਜਮਸ਼ੇਦਪੁਰ ਦੇਖ ਰਹੇ ਹੋ, ਜਮਸ਼ੇਦਪੁਰ ਦੇ ਜਿਹੜਾ ਪੂਰੇ ਖੇਤਰ ਦੇਖ ਰਹੇ ਹੋ, ਇਹਦੇ ਵਿੱਚ ਕੀ ਗੁਰਦੁਆਰਾ ਕਮੇਟੀਆਂ, ਲੋਕਲ ਗੁਰਦੁਆਰਾ ਕਮੇਟੀਆਂ ਨੇ ਤੁਹਾਡੇ ਕੋਲ ਕੋਈ ਸਹਿਯੋਗ ਮਿਲ ਰਿਹਾ ਬੱਚਿਆਂ ਦੇ ਐਜੂਕੇਸ਼ਨ ਲਈ, ਜਾਂ ਕੀਰਤਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੋ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ ਧੰਨਵਾਦ ਕਰਾਂਗਾ। ਅੱਜ ਤੋਂ 1 ਸਾਲ ਪਹਿਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਵੀਰ ਜੀ ਨੇ ਮੈਨੂੰ ਜੋੜਿਆ ਹੈ, ਅਤੇ ਅਸੀਂ ਟਾਈਮ ਟੂ ਟਾਈਮ ਕੁਛ ਨਾ ਕੁਛ ਐਕਟੀਵਿਟੀ ਕਰਦੇ ਪਏ ਹਾਂ। ਇੱਕ ਗੱਲ ਮੈਂ ਜ਼ਰੂਰ ਬੋਲਾਂਗਾ ਕਿ ਇੱਥੇ ਦੀ ਜਿਹੜੀ ਗੁਰਦੁਆਰਾ ਕਮੇਟੀਆਂ ਹੈਗੀਆਂ, ਉਹਨਾਂ ਦਾ ਵਿਵਹਾਰ ਥੋੜ੍ਹਾ ਜਿਹਾ ਉਦਾਸੀਨਤਾ ਵਾਲਾ ਹੈ। ਉਹ ਸਪੋਰਟ ਨਹੀਂ ਕਰਦੇ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦੁਆਰਾ ਕਮੇਟੀਆਂ ਨੂੰ ਇਸ ਨਾਲ ਲੈ ਕੇ ਚੱਲੀਏ, ਔਰ ਨਾਲ ਦੇ ਨਾਲ ਅਸੀਂ ਕੁਛ ਨਾ ਕੁਛ ਜਿਹੜਾ ਹੈ ਪ੍ਰੋਗਰਾਮ ਕਰੀਏ ਤਾਂ ਉਹਨਾਂ ਨੂੰ ਵੀ ਸ਼ਾਮਿਲ ਕਰੀਏ। ਇਹ ਆਪਣੀ ਗੱਲਬਾਤ ਚੱਲ ਰਹੀ ਹੈ। ਤੇ ਇਹ ਜਿਹੜੇ ਕਿਹੜੇ ਗੁਰਦੁਆਰੇ ਦੇ ਪ੍ਰਧਾਨਾਂ ਦੇ ਨਾਲ, ਜੇ ਤੁਸੀਂ ਬੁਰਾ ਨਾ ਮੰਨੋ, ਜੇ ਤੁਸੀਂ ਚਾਹੋਗੇ ਉਹਨਾਂ ਦਾ ਨਾਂ ਲੈ ਸਕੇ? ਹਾਂਜੀ, 1-2 ਗੁਰਦੁਆਰੇ ਹੈਗੇ ਨੇ ਜਿਨ੍ਹਾਂ ਨਾਲ ਮੇਰਾ ਕਨੈਕਟੀਵਿਟੀ ਹੈ, ਗੱਲਬਾਤ ਚੱਲ ਰਹੀ ਹੈ। ਜਿਵੇਂ ਕਿ ਮਾਨਗੋ ਦੇ ਸਰ ਪ੍ਰਧਾਨ ਆਪਣੇ ਭਗਵਾਨ ਸਿੰਘ ਜੀ ਐਂਡ ਨੇ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ, ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ ਵੀ ਅਗਰ ਉਪਰਾਲਾ ਕਰੋਗੇ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਬਹੁਤ ਵੱਡੀ ਗੱਲ ਹੈ। ਨਾਲੇ ਇੱਕ ਸਟੇਸ਼ਨ ਰੋਡ ਜੁਗਸਲਾਈ ਜਿਹੜੇ ਮਹਿੰਦਰਪਾਲ ਜੀ ਭਾਟੀਆ ਸਾਹਿਬ, ਉਹ ਵੀ ਸਾਡੇ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਨੇ। ਕੁਝ ਵੀ ਅਸੀਂ ਐਕਟੀਵਿਟੀ ਕਰਦੇ ਹਾਂ ਅਤੇ ਉਹ ਸਾਡਾ ਸਾਥ ਦਿੰਦੇ ਨੇ, ਪੂਰਾ ਸਹਿਯੋਗ ਕਰਦੇ ਨੇ ਸਾਡਾ। ਬਹੁਤ ਚੰਗੀ ਗੱਲ ਹੈ। ਹੋਰ ਮੈਂ ਭਾਈ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਦੀ ਡੇਟ 'ਚ ਜਿਹੜੀ ਨੌਜਵਾਨ ਪੀੜ੍ਹੀ ਹੈ, ਇਹ 2-3 ਕੰਮਾਂ ਵੱਲ ਇਹਨਾਂ ਦਾ ਰੁਝਾਨ ਜ਼ਿਆਦਾ ਹੋ ਰਿਹਾ ਹੈ। ਇੱਕ ਤੇ ਕੇਸ਼ ਕਤਲ, ਦਾੜੀ ਸਾਹਿਬ ਕਤਲ ਕਰ ਦਿੰਦੇ ਨੇ, ਦੂਸਰਾ ਨਸ਼ਿਆਂ ਵੱਲ। ਅਤੇ ਇਸ ਨੂੰ ਮੋੜਨ ਲਈ, ਮਤਲਬ ਸਿੱਖੀ ਵੱਲ ਮੋੜਨ ਲਈ, ਇਹ ਸਭ ਨਸ਼ਿਆਂ ਤੋਂ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ? ਵੀਰ ਜੀ, ਸਾਡੇ ਕੇਸ਼ ਪਿਆਰ ਮੁਹਿੰਮ ਜਿਹੜੀ ਹੈ, ਕੇਸ਼ ਪਿਆਰ ਮੁਹਿੰਮ ਦਾ ਮਿਸ਼ਨ ਹੀ ਇਹ ਹੈਗਾ ਜਿਹੜਾ ਪਿਛਲੇ ਕਰੀਬਨ 20 ਸਾਲਾਂ ਤੋਂ ਚੱਲ ਰਿਹਾ। ਕੇਸ਼ ਪਿਆਰ ਮੁਹਿੰਮ, ਉਹਦਾ ਟਾਰਗੇਟ ਹੀ ਹੈਗਾ ਵਾ ਕਿ ਅਸੀਂ ਸੈਮੀਨਾਰ ਰਾਹੀਂ, ਵਰਕਸ਼ਾਪਾਂ ਰਾਹੀਂ ਬੱਚਿਆਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਕੇਸਾਂ ਦੀ ਮਹੱਤਤਾ ਵਾਲੇ ਪਾਸੇ ਲੈ ਕੇ ਆਉਂਦੇ ਹਾਂ। ਔਰ ਜਦੋਂ ਬੱਚਿਆਂ ਦੇ ਕੈਂਪਸ ਲੱਗਦੇ ਨੇ, ਉਹਨਾਂ ਕੈਂਪਾਂ ਵਿੱਚ ਦੱਸਿਆ ਜਾਂਦਾ ਹੈ ਕਿ ਸਿੱਖ ਨੂੰ ਕੇਸਾਂ ਦੀ ਲੋੜ ਕਿਉਂ ਹੈ, 5 ਕਕਾਰਾਂ ਦੀ ਲੋੜ ਕਿਉਂ, ਗੁਰੂ ਪਾਤਸ਼ਾਹ ਨੇ ਕਿਉਂ ਬਖਸ਼ੇ ਨੇ। ਫਿਰ ਉਸ ਤੋਂ ਬਾਅਦ ਕੈਂਪਾਂ ਦੀ ਜਦੋਂ ਕਲੋਜ਼ਿੰਗ ਹੁੰਦੀ ਹੈ, ਜਦੋਂ ਅਸੀਂ ਪ੍ਰਣ ਕਰਦੇ ਹਾਂ, ਅਤੇ ਬਹੁਤ ਸਾਰੇ ਬੱਚੇ ਜਿਹੜੇ ਪਤਤ ਵੀ ਹੁੰਦੇ ਨੇ, ਉਹ ਵੀ ਪ੍ਰਣ ਕਰਦੇ ਨੇ ਕਿ ਮੈਂ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਵਾਂਗਾ। ਇਹ ਸਾਡੀ ਕੇਸ਼ ਪਿਆਰ ਮੁਹਿੰਮ ਦੀ ਸਫਲਤਾ ਹੈ। ਦੂਸਰੀ ਗੱਲ ਕਰੀਏ ਨਸ਼ੇ ਦੀ, ਨਸ਼ਾ ਛੱਡੋ ਮੁਹਿੰਮ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇੱਕ ਵਿੰਗ ਇਹ ਵੀ ਹੈ ਜਿਹੜਾ ਨਸ਼ਾ ਛੱਡੋ ਮੁਹਿੰਮ 'ਚ ਕਾਰਜ ਕਰਦਾ ਹੈ। ਅਤੇ ਉਸ ਮੁਹਿੰਮ ਦੇ ਤਹਿਤ ਸਾਨੂੰ ਬਹੁਤ ਵੱਡੇ ਬੈਨੀਫਿਟ ਇਹ ਮਿਲਦੇ ਨੇ ਕਿ ਅਸੀਂ ਨਸ਼ਾ ਛਡਾਓ ਪ੍ਰਦਰਸ਼ਨੀਆਂ, ਸਕੂਲਾਂ ਦੇ ਵਿੱਚ ਨਿਬੰਧ ਕੰਪੀਟੀਸ਼ਨ ਕਰਾਉਣੇ, ਗੁਰਦੁਆਰੇ ਸਾਹਿਬਾਨਾਂ 'ਚ ਸੈਮੀਨਾਰ ਅਤੇ ਵਰਕਸ਼ਾਪਸ ਕਰਾਉਣੀਆਂ, ਈਵਨ ਲੋੜ ਪੈਣ 'ਤੇ ਕਿਸੇ ਬੱਚੇ ਦੀ ਰਿਕੁਐਸਟ ਉਹਦੇ ਘਰ ਜਾ ਕੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਾਉਂਸਲਿੰਗ ਕਰਨੀ। ਇਹ ਸਾਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਨਸ਼ਾ ਛੁਡਾਓ ਮੁਹਿੰਮ ਦਾ ਹਿੱਸਾ ਹੈ, ਅਤੇ ਅਸੀਂ ਉਸ ਤਹਿਤ ਕੰਮ ਚੱਲ ਰਿਹਾ ਜੀ। ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਹੋਰ ਤੁਸੀਂ, ਮਤਲਬ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ, ਇਹ ਯੂਨੈਸਕੋ ਜਿਹੜੀ ਹੈਗੀ ਹੈ, ਇਹਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹਦੇ ਬਾਰੇ ਕੀ ਮਾਮਲਾ, ਸਾਰਾ ਸੰਗਤਾਂ ਨੂੰ ਦੱਸੋ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜੀ ਹੈ, ਇਕਲੌਤੀ ਸਿੱਖਾਂ ਦੀ ਸੰਸਥਾ ਹੈ ਜਿਹਨੂੰ ਯੂਨੈਸਕੋ ਨੇ ਆਪਣਾ ਐਜ਼ ਏ ਪਾਰਟਨਰ ਲਿਆ ਹੈ। 2000 ਤੋਂ ਲੈ ਕੇ 2010 ਤੱਕ ਅਸੀਂ ਐਜ਼ ਏ ਮਾਨਵ ਦੂਤ ਦੀ ਤਰ੍ਹਾਂ ਸਾਨੂੰ ਮਾਨਵ ਦੂਤ ਦੀ ਉਪਾਧੀ ਮਿਲੀ ਸੀ। ਹਿੰਦੁਸਤਾਨ ਦੇ ਵਿੱਚ ਕੇਵਲ 2 ਸੰਸਥਾਵਾਂ ਨੂੰ ਇਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇੱਕ ਸੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦੂਸਰਾ ਬ੍ਰਹਮ ਕੁਮਾਰੀ। ਅਤੇ ਬ੍ਰਹਮ 2 ਹੀ ਸੰਸਥਾਵਾਂ ਨੂੰ ਦਿੱਤਾ ਗਿਆ। ਔਰ ਸਿੱਖਾਂ ਵਿੱਚ ਇੰਨੀਆਂ ਸੰਸਥਾਵਾਂ ਹੋਣ ਤੋਂ ਬਾਵਜੂਦ ਵੀ ਕੇਵਲ ਸਟੱਡੀ ਸਰਕਲ ਨੂੰ ਇਹ ਮਾਣ ਮਿਲਿਆ ਹੈ ਕਿ ਅੱਜ ਉਹ ਯੂਨੈਸਕੋ ਦੇ ਪਾਰਟਨਰ ਬਣ ਕੇ ਕੰਮ ਕਰ ਰਹੀ ਹੈ। ਔਰ ਇਹਦੇ ਹੀ ਨਾਲ ਅਸੀਂ ਸਾਊਥ ਕੋਰੀਆ ਦੀ ਸੰਸਥਾਵਾਂ ਹੈਗੀਆਂ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰ ਰਹੀਆਂ, SUPYIOL, ਉਹਦੇ ਨਾਲ ਵੀ ਅਸੀਂ ਐਜ਼ ਏ ਪਾਰਟਨਰਸ ਕੰਮ ਕਰ ਰਹੇ ਹਾਂ, ਅਤੇ ਜਿਹਦੇ ਤਹਿਤ
ਵਿਸ਼ਵ ਪੱਧਰ ਤੇ ਹੋਣ ਵਾਲੇ ਕਾਰਜ ਤੇ ਆਪਣੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣ ਲਈ ਇੰਟਰਨੈਸ਼ਨਲ ਪਲੇਟਫਾਰਮ ਤੇ ਉਹਨਾਂ ਦੇ ਨਾਲ ਸੈਮੀਨਾਰਸ, ਵਰਕਸ਼ਾਪ ਤੇ ਵਿਦੇਸ਼ ਵਿੱਚ ਸਾਡੇ ਜਿਹੜੇ ਕੈਂਪਸ ਹੁੰਦੇ ਨੇ ਇੰਡੀਆ ਤੋਂ ਬਾਹਰ, ਕਿਉਂਕਿ ਸਟੱਡੀ ਸਰਕਲ ਹਿੰਦੁਸਤਾਨ ਤੋਂ ਵੀ ਬਾਹਰ ਕਾਰਜ ਕਰ ਰਿਹਾ ਤੇ ਉਹਨਾਂ ਕੈਂਪਾਂ ਦੇ ਨਾਲ ਉਹਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਂਦਾ। ਬਹੁਤ ਵੱਡੀ ਗੱਲ ਤੁਸੀਂ ਆਖੀ ਹੈ ਕਿ ਇਹ ਜਿਹੜਾ ਅਬਰੋਡ, ਨਾਟ ਇਨ ਇੰਡੀਆ ਓਨਲੀ, ਇਹ ਅਬਰੋਡ ਵੀ ਇਹਦਾ ਕੰਮ ਚੱਲ ਰਿਹਾ ਹੈ। ਉਹ ਮਤਲਬ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਚੰਗੇ ਮਤਲਬ ਮਾਨਵਤਾ ਦੀ ਸੇਵਾ ਕਰਨ ਲਈ ਇਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਹੁਤ ਵੱਡਾ ਉਪਰਾਲਾ। ਹੋਰ ਤੁਸੀਂ ਕੁਝ ਦੱਸਣਾ ਚਾਹੋਗੇ ਸੰਗਤਾਂ ਨੂੰ? ਇਸ ਵੇਲੇ ਇਹ ਸਾਲ ਜਿਹੜਾ ਹੈ ਸਾਡੇ ਵਾਸਤੇ ਬੜਾ ਮਾਣ ਦਾ ਵਿਸ਼ਾ ਹੈ ਕਿ ਇਸ ਦੁਨੀਆ ਵਿੱਚ 9000 ਤੋਂ ਵੱਧ ਸੰਸਥਾਵਾਂ ਸਿੱਖਾਂ ਦੀਆਂ ਕਾਰਜ ਕਰ ਰਹੀਆਂ, ਪਰ ਸੰਸਥਾਵਾਂ ਬਣਦੀਆਂ ਤੇ ਇੱਕ ਗੁਰਪੁਰਬ, ਦੋ ਗੁਰਪੁਰਬ ਤੋਂ ਨਿਗਾਉਂਦੀਆਂ। ਨਗਰ ਕੀਰਤਨ ਵਿੱਚ ਸ਼ਾਇਦ ਫੁੱਲਾਂ ਵਰਤਾਨ ਦੀ ਸੇਵਾ ਕਰ ਲਈ, ਲੰਗਰ ਵਰਤਾਨ ਦੀ ਸੇਵਾ ਕਰ ਲਈ, ਜੋੜਿਆਂ ਦੀ ਸੇਵਾ ਕਰ ਲਈ। ਉਸ ਤੋਂ ਬਾਅਦ ਉਹਨਾਂ ਕੋਲ ਟਾਰਗੇਟਸ ਨਹੀਂ ਹੁੰਦੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਐਜ਼ ਏ ਟਾਰਗੇਟਸ 'ਤੇ ਕੰਮ ਕਰਦਾ ਹੈ, ਹਰ ਸਾਲ ਦੇ ਮਿਸ਼ਨ 'ਤੇ ਕੰਮ ਕਰਦਾ ਹੈ। ਔਰ ਜਿਹਦਾ ਬੈਨੀਫਿਟ ਇਹ ਮਿਲਿਆ ਹੈ ਕਿ ਅੱਜ 2022 ਅਸੀਂ ਪਿਛਲੇ 15 ਦਿਨ ਪਹਿਲੇ 11 ਤੋਂ ਲੈ ਕੇ 13 ਨਵੰਬਰ 2022 ਨੂੰ ਅਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚ ਆਪਣਾ 50 ਸਾਲਾ ਗੋਲਡਨ ਜੁਬਲੀ ਈਅਰ ਮਨਾਇਆ। ਉਹ ਸੈਲੀਬ੍ਰੇਸ਼ਨ ਈਅਰ ਸੀ ਸਾਡਾ। ਉਹ ਸੈਲੀਬ੍ਰੇਸ਼ਨ ਈਅਰ ਨੇ ਇਸ ਚੀਜ਼ ਨੂੰ ਸਾਬਤ ਕੀਤਾ ਹੈ ਕਿ ਸੰਸਥਾਵਾਂ ਜਿੰਦਾ ਰਹਿੰਦੀਆਂ, ਜਿੰਦਾ ਰਹਿਣ ਦਾ ਸਿਸਟਮ ਹੋਣਾ ਚਾਹੀਦਾ ਹੈ। ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਓਨਲੀ ਫਾਰ ਸਿਲੈਕਸ਼ਨ 'ਤੇ ਕੰਮ ਕਰਦਾ ਹੈ, ਕਦੀ ਇਲੈਕਸ਼ਨ ਨਹੀਂ ਕਰਦਾ। ਸਾਡੇ 'ਚ ਇਲੈਕਸ਼ਨ ਸਿਸਟਮ ਨਹੀਂ ਹੈਗੀ। ਜਿਸ ਵੀਰ ਦੀ ਪ੍ਰਤਿਭਾ ਜਿਸ ਪਾਸੇ ਹੈਗੀ ਆ, ਉਸ ਵੀਰ ਨੂੰ ਉਹ ਡਿਪਾਰਟਮੈਂਟ ਦੀ ਸੇਵਾ ਦਿੱਤੀ ਜਾਂਦੀ ਆ। ਔਰ 2 ਸਾਲ ਪਲੱਸ 2 ਸਾਲ, ਵੱਧ ਤੋਂ ਵੱਧ 4 ਸਾਲ ਹੀ ਉਹ ਇੱਕ ਪੋਸਟ ਸੇਵਾ ਕਰ ਸਕਦਾ ਹੈ। ਉਸ ਤੋਂ ਬਾਅਦ ਉਹਦੀ ਸੇਵਾ ਬਦਲੀ ਹੋ ਜਾਂਦੀ ਹੈ। ਇਹ ਸਾਰਾ ਸਿਸਟਮੈਟਿਕਲੀ ਵਰਕ ਇਸ ਕਰਕੇ ਹੁੰਦਾ ਹੈ ਕਿ ਗਰਾਊਂਡ ਲੈਵਲ ਤੇ ਯੂਨਿਟ ਦੇ ਲੈਵਲ ਤੇ ਅਸੀਂ ਕੰਮ ਕਰਦੇ ਹਾਂ। ਯੂਨਿਟ ਤੋਂ ਬਾਅਦ ਜ਼ੋਨ ਹੁੰਦੀ ਹੈ, ਜ਼ੋਨ ਤੋਂ ਬਾਅਦ ਜ਼ਿਲ੍ਹਾ ਬਣਦਾ ਹੈ, ਜ਼ਿਲ੍ਹਾ ਤੋਂ ਬਾਅਦ ਸਟੇਟ ਹੁੰਦੀ, ਸਟੇਟ ਕੌਂਸਲ ਹੁੰਦੀ ਹੈ, ਉਸ ਤੋਂ ਬਾਅਦ ਸੁਪਰੀਮ ਕੌਂਸਲ ਹੈ। ਇੱਕ ਪਿਰਾਮਿਡ ਦੇ ਸ਼ੇਪ 'ਚ ਕੰਮ ਹੁੰਦਾ ਹੈ। ਉਹ ਪਿਰਾਮਿਡ ਸ਼ੇਪ 'ਚ ਕੰਮ ਹੋਣ ਦਾ ਫਾਇਦਾ ਇਹ ਵਾ ਕਿ ਸਾਡੇ ਉੱਪਰ ਵਾਲਾ ਸਾਡੀ ਡਿਊਟੀਜ਼ ਡਿਸਾਈਡ ਕਰਦਾ ਹੈ ਅਤੇ ਜਿਹਦੇ ਨਾਲ ਆਪਸ ਵਿੱਚ ਕਦੀ ਦੁਸ਼ਟਤਾ ਦੀ ਭਾਵਨਾ ਨਹੀਂ ਆਉਂਦੀ। ਦੂਸਰਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸਿੱਧਾ ਮਨੋਰਥ ਹੈ ਕਿ ਸੇਵਾ ਮੈਂ ਕਰਾਂ, ਨਾ ਦੂਜੇ ਦਾ ਹੋਵੇ ਅਤੇ ਖੁਸ਼ੀ ਸਾਨੂੰ ਸਾਰਿਆਂ ਨੂੰ ਮਿਲੇ। ਇਸ ਟਾਸਕ ਨੂੰ ਲੈ ਕੇ ਜਦ ਤੋਂ ਕਾਰਜ ਉਸਨੇ ਸ਼ੁਰੂ ਕੀਤੇ ਹੈ ਅਤੇ ਜਥੇਬੰਦੀ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵੀ ਹੋਈ ਹੈ। ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਸਾਡੇ ਵਿੱਚ ਕਿਸੇ ਵੀ ਵੀਰ 'ਚ ਫੋਟੋ ਦਾ ਕਨਸੈਪਟ ਨਹੀਂ ਹੈ। ਅਸੀਂ ਕਿਤੇ ਵੀ ਫੋਟੋ ਕਲਚਰ ਨੂੰ ਅਡੋਪਟ ਨਹੀਂ ਕਰਦੇ। ਸਾਡੇ ਕਿਸੇ ਵੀ ਵੀਰ ਦੀ ਫੋਟੋ ਕਿਸੇ ਚੌਂਕਾਂ ਦੇ ਵਿੱਚ, ਗੁਰਦੁਆਰਿਆਂ ਵਿੱਚ ਜਾਂ ਇਤਿਹਾਸਿਕ ਥਾਵਾਂ 'ਤੇ ਨਹੀਂ ਲੱਗੀ ਹੁੰਦੀ ਕਿ ਸਰਦਾਰ ਗੁਰਦੀਪ ਸਿੰਘ ਜੀ ਵੱਲੋਂ ਜੀ ਆਇਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਮਸ਼ੇਦਪੁਰ, ਜਾਂ ਸਰਦਾਰ ਬਲਜੀਤ ਸਿੰਘ ਜੀ ਐਡੀਸ਼ਨਲ ਚੀਫ ਸੈਕਟਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ। ਇਸ ਤਰੀਕੇ ਦਾ ਕਨਸੈਪਟ ਅਸੀਂ ਅਡੋਪਟ ਨਹੀਂ ਕਰਦੇ। ਫੋਟੋ ਕਨਸੈਪਟ ਸਾਡੇ ਨਹੀਂ ਹੈਗਾ, ਕਿਉਂਕਿ ਗੁਰਬਾਣੀ ਦਾ ਸਾਫ਼ ਪ੍ਰਮਾਣ ਹੈ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਹੇ ਨਾ ਵਸੇ ਇੱਕ ਥਾਂ। ਇਸ ਕਰਕੇ ਸਾਡੇ ਵਿੱਚ ਹਉਮੈ ਨਾ ਆਵੇ, ਨਿਮਰਤਾ ਸਹਿਤ ਕਾਰਜ ਕੀਤੇ ਜਾਣ। ਇਸ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇਹ ਪੈਟਰਨ ਵੀ ਬੜੇ ਸਮੂਥਲੀ ਕੰਮ ਕਰ ਰਿਹਾ ਹੈ। ਇਹਦੇ ਹੀ ਨਾਲ ਸਾਡੇ ਕੋਲ ਸਾਡਾ ਇੱਕ ਡਿਪਾਰਟਮੈਂਟ ਹੈਗਾ ਜਿਹੜਾ ਫਾਈਨੈਂਸ ਅਤੇ ਰਿਸੋਰਸਿਸ ਵਿੱਚ ਕੰਮ ਕਰਦਾ ਹੈ। ਇੱਕ ਡਿਪਾਰਟਮੈਂਟ ਹੈ ਜਿਹੜਾ ਜੋਬ ਪਲੇਸਮੈਂਟ 'ਚ ਕੰਮ ਕਰਦਾ ਹੈ। ਇੱਕ ਡਿਪਾਰਟਮੈਂਟ ਹੈ ਜਿਹੜਾ ਭਾਈ ਕਾਨ ਸਿੰਘ ਨਾਭਾ ਇੰਸਟੀਟਿਊਸ਼ਨ ਹੈ, ਜਿਹੜਾ ਟ੍ਰੇਨਿੰਗ ਦਿੰਦਾ ਹੈ ਤਾਂ ਕਿ ਤੁਸੀਂ ਜਮਸ਼ੇਦਪੁਰ 'ਚ ਬੈਠੇ ਹੋ, ਜਿਹੜੀ ਗੱਲ ਮੈਂ ਵੀ ਲਾਈ ਬੈਠਾ ਕਰ ਰਿਹਾ, ਉਹ ਜਮਸ਼ੇਦਪੁਰ ਦਾ ਬੰਦਾ ਵੀ ਉਹੀ ਗੱਲ ਕਰੇਗਾ, ਉਹੀ ਦਿੱਲੀ ਦਾ ਬੰਦਾ ਕਰੇਗਾ, ਉਹੀ ਬੰਬੇ ਦਾ ਕਰੇਗਾ, ਉਹੀ ਇੰਡੀਆ ਤੋਂ ਬਾਹਰ ਦੇ ਬੰਦੇ, ਮਤਲਬ ਇੱਕ ਸੁਰਤਾ ਹੋਵੇ। ਜੋ ਮੈਂ ਗੱਲ ਕੀਤੀ ਹੈ ਉਹੀ ਸਾਰੇ ਕੈਡਰ ਸੇਮ ਗੱਲ ਕਰੇਗਾ, ਤਾਂ ਕਿ ਗੁਰੂ ਦੇ ਕਾਰਜ ਕਰਨ ਵਾਸਤੇ ਕਿਤੇ ਵੀ ਸਾਡੇ ਸ਼ਬਦਾਂ ਦੇ ਵਿੱਚ ਦੁਇਸ਼ਾ ਭਾਵਨਾ ਨਾ ਆਵੇ, ਇੱਕੋ ਭਾਵਨਾ ਦੇ ਤਹਿਤ ਅਸੀਂ ਕਾਰਜ ਕਰ ਸਕੀਏ। ਤੋ ਇਹਦੇ ਨਤੀਜੇ ਬਹੁਤ ਸ਼ਾਨਦਾਰ ਨੇ। ਜਿਹੜੇ ਵੀ ਵੀਰ ਨਵੇਂ ਸੇਵਾ 'ਤੇ ਆ ਰਹੇ ਨੇ, ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਜੀ, ਸਰਦਾਰ ਮਹਿੰਦਰਪਾਲ ਸਿੰਘ ਜੀ, ਹੋਰ ਜਿਹੜੇ ਵੀਰ ਇੱਥੇ ਕਾਰਜ ਕਰ ਰਹੇ ਨੇ, ਇਹਨਾਂ ਵੀਰਾਂ ਵਾਸਤੇ ਵੀ ਸਟੱਡੀ ਸਰਕਲ ਇਜ਼ ਏ ਮਸਟ। ਸਟੱਡੀ ਸਰਕਲ ਮਤਲਬ ਹਫ਼ਤੇ 'ਚ ਇੱਕ ਵਾਰੀ ਇਹਨਾਂ ਨੇ ਆਪਸ ਵਿੱਚ ਇੱਕ ਸਟੱਡੀ ਸਰਕਲ ਲਗਾਉਣਾ, ਮਤਲਬ ਘੇਰੇ ਵਿੱਚ ਬੈਠ ਕੇ ਬੈਠਣਾ, ਬੈਠ ਕੇ ਕਿਸੇ ਵਿਸ਼ੇ 'ਤੇ ਵਿਚਾਰ ਸਾਂਝ ਕਰਨੀ ਹੈ। ਔਰ ਉਸ ਸਾਂਝ ਨੂੰ ਫਿਰ ਉਹਦਾ ਇੱਕ ਨਤੀਜਾ ਕੱਢ ਕੇ ਕਿ ਮਿਸ਼ਨ ਲੈ ਕੇ ਉਹਦੇ 'ਤੇ ਅੱਗੇ ਤੁਰਨਾ। ਇਹ ਪਹਿਲਾ ਸਬਜੈਕਟ ਹੈ। ਸੈਕੰਡ, ਇਹਨਾਂ ਲਈ ਵਿਦਿਆਰਥੀਆਂ ਦੇ ਉੱਤੇ ਕੰਮ ਕਰਨਾ, ਕਿਉਂਕਿ ਅੱਜ ਅਸੀਂ ਨੌਜਵਾਨ ਪਨੀਰੀ ਅਤੇ ਆਪਣੇ ਬੱਚਿਆਂ ਨੂੰ ਬਚਾ ਲਾਂਗੇ ਤਾਂ ਸਾਡਾ ਭਵਿੱਖ ਉਜਲਾ ਹੋ ਜਾਏਗਾ। ਉਹਨੂੰ ਬਚਾਉਣ ਦੇ ਵਿੱਚ ਇਹ ਬਹੁਤ ਚੰਗੇ ਤਰੀਕੇ ਨਾਲ ਕਾਰਜ ਪਹਿਲੇ ਕਰ ਵੀ ਰਹੇ ਨੇ, ਅਗਾਂਹ ਵੀ ਕਰਨਗੇ। ਔਰ ਇਹਨਾਂ ਦਾ ਸਾਰਾ ਕੈਡਰ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਜਿਹੜੇ ਟ੍ਰੇਨਿੰਗ ਭਾਈ ਕਾਨ ਸਿੰਘ ਨਾਭਾ ਇੰਸਟੀਚਿਊਟ ਦੀ ਟ੍ਰੇਨਿੰਗ ਕਲਾਸਿਸ ਹੈ, ਉਹ ਔਨਲਾਈਨ ਕਲਾਸਿਸ ਅਟੈਂਡ ਕਰ ਲਏਗਾ ਅਤੇ ਉਹਦੇ ਨਾਲ ਇਹਨਾਂ ਦੀ ਇਕਸੁਰਤਾ, ਇਕਸਾਰਤਾ ਹੋ ਜਾਏਗੀ। ਔਰ ਅਸੀਂ ਚਾਹੁੰਦੇ ਹਾਂ ਕਿ ਝਾਰਖੰਡ ਵਿੱਚ ਜਿਵੇਂ ਯੂਪੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਾਰੀਆਂ ਸਟੇਟਾਂ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਕਾਰਜ ਹੋ ਰਹੇ ਨੇ। ਸਾਨੂੰ ਆਸ ਹੈ ਕਿ ਝਾਰਖੰਡ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਨਾਲ ਕਾਰਜ ਹੋਣਗੇ। ਸਰਦਾਰ ਗੁਰਦੀਪ ਸਿੰਘ ਜੀ ਔਰ ਇੱਥੋਂ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ, ਕਿਉਂਕਿ ਅਸੀਂ ਪ੍ਰਬੰਧਕ ਕਮੇਟੀਆਂ ਤੋਂ ਸਹਿਯੋਗ ਲੈ ਕੇ ਕਾਰਜ ਕਰਨੇ ਨੇ, ਉਹਨਾਂ ਦੇ ਕੰਮਾਂ 'ਚ ਅਸੀਂ ਦਖਲ ਨਹੀਂ ਦੇਣਾ। ਹੋਰ ਇੱਕ ਗੱਲ ਹੈਗੀ ਵੀਰ ਜੀ, ਜਿਸ ਤਰ੍ਹਾਂ ਇੱਕ ਮਿੰਟ ਕੱਟ ਕਰ ਯਾਰ, ਮੇਰੇ ਦਿਮਾਗ ਮੈਂ ਇਹ ਗੱਲ ਮੈਂ ਪੁੱਛਣੀ ਆ ਕਿ ਮੈਡੀਕਲ, ਇੱਕ ਗੱਲ ਭਾਈ ਸਾਹਿਬ, ਜਿਸ ਤਰ੍ਹਾਂ ਮੰਨ ਲਓ ਕਿ ਬਹੁਤ ਸਿੱਖ ਪਰਿਵਾਰ ਇਹੋ ਜਿਹੇ ਨੇ ਕਰੋਨਾ ਕਾਲ ਤੋਂ ਬਹੁਤ ਬਦਹਾਲੀ 'ਚ ਆਏ ਆ, ਕਈਆਂ ਦੇ ਕੰਮ ਚਲੇ ਗਏ, ਕਈਆਂ ਤੋਂ ਕੁਝ ਬਹੁਤ ਤਕਲੀਫਾਂ ਆਈਆਂ, ਅਤੇ
ਬਹੁਤ ਜਿਸ ਤਰ੍ਹਾਂ ਘਰ ਘਰ 'ਚ ਅੱਜ ਕੱਲ੍ਹ ਮੈਡੀਕਲ ਦੇ ਪ੍ਰੋਬਲਮ ਆ ਰਹੀ ਹੈ, ਬਿਮਾਰ ਬੱਚੇ ਨੇ, ਬੰਦੇ ਨੇ, ਬਜ਼ੁਰਗ ਨੇ, ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਮਾਮਲੇ 'ਚ ਕੀ ਕੀ ਸਹਿਯੋਗ ਕੀਤਾ ਜਾ ਰਿਹਾ ਹੈ? ਇਹਦੇ ਵਿੱਚ ਵੀ ਜੀ ਜਿਹੜਾ ਸਾਡਾ ਗੁਰੂ ਨਾਨਕ ਮੋਦੀ ਖਾਨਾ ਹੈ ਉਹਦੇ ਤਹਿਤ ਇੱਕ ਡਿਪਾਰਟਮੈਂਟ ਮੈਡੀਕਲ ਦਾ ਵੀ ਹੈਗਾ, ਜਿੱਥੇ ਅਸੀਂ ਬੱਚਿਆਂ ਨੂੰ ਕਿਤਾਬਾਂ ਦੀ ਸਹੂਲਤ ਕਰਨੀ ਜਾਂ ਲੋੜਵੰਦਾਂ ਨੂੰ ਕੱਪੜੇ ਦੇਣੇ ਜਾਂ ਕਿਸੇ ਦਾ ਬਿਜ਼ਨਸ ਜੇ ਖੁੱਸ ਗਿਆ ਉਹਦਾ ਬਿਜ਼ਨਸ ਸਟੇਬਲ ਕਰਕੇ ਦੇਣਾ, ਇਹ ਸਾਰੀਆਂ ਉਹਦਾ ਪਾਰਟ ਹੈ। ਅਤੇ ਇੱਕ ਉਹਦਾ ਮੈਡੀਕਲ ਪਾਰਟ ਵੀ ਹੈਗਾ, ਕਿਉਂਕਿ ਪਿਛਲੇ ਕਰੋਨਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਹਿੰਦੁਸਤਾਨ ਦੇ ਵਿੱਚ ਸਾਰੀ ਜਗ੍ਹਾ ਬਹੁਤ ਵੱਡੇ ਸਕੇਲ 'ਤੇ ਆਪਣੇ ਆਕਸੀਜਨ ਕੰਸਨਟਰੇਟਰ ਦੀ ਸੇਵਾ ਨਿਭਾਈ ਔਰ ਉਹਦੇ ਨਾਲ ਰਾਸ਼ਨ ਦੀ ਸੇਵਾ ਨਿਭਾਈ। ਔਰ ਸਾਨੂੰ ਮਾਣ ਹੈ ਕਿ ਸਾਡੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇੱਕ ਜ਼ੋਨ ਹੈਗਾ ਤੇਲੰਗਾਨਾ 'ਚ ਹੈਦਰਾਬਾਦ, ਗੁਰਿੰਦਰਪਾਲ ਸਿੰਘ ਉੱਥੇ ਸਾਡੇ ਇੱਕ ਵੀਰ ਬੈਠੇ ਨੇ, ਉਹਦੇ ਕੋਲ ਇੰਡੀਆ 'ਚ ਸਭ ਤੋਂ ਜ਼ਿਆਦਾ ਮਸ਼ੀਨਾਂ 275 ਮਸ਼ੀਨਾਂ ਉਸ ਇਕੱਲੇ ਵੀਰ ਕੋ ਸੀ। ਔਰ IT ਦੇ ਵਿੱਚ ਇੱਕ ਵੱਡੇ ਅਹੁਦੇ 'ਤੇ ਕੰਮ ਕਰਨ ਤੋਂ ਬਾਅਦ ਵੀ ਆਪਣੀ ਸਾਰੀ ਕੰਪਨੀ ਦਾ ਕੰਮ ਬੰਦ ਕਰਕੇ ਉਹਨਾਂ ਨੇ ਪੂਰੇ ਦਾ ਪੂਰਾ 1.5 ਸਾਲ ਕੇਵਲ ਮਸ਼ੀਨਾਂ ਦੇ ਕੇ ਲੋਕਾਂ ਨੂੰ ਬਚਾਉਣ ਦੇ ਕਾਰਜ ਕੀਤੇ, ਮਾਨਵਤਾ ਦੀ ਸੇਵਾ ਕੀਤੀ ਆ। ਔਰ ਉਹਨਾਂ ਨੂੰ ਉੱਥੋਂ ਦੀ ਗੌਰਮੈਂਟ ਨੇ, ਇੰਡੀਆ ਗੌਰਮੈਂਟ ਨੇ ਅਤੇ ਹੁਣੇ ਰੀਸੈਂਟ ਦੇ ਵਿੱਚ UAE ਦੀ ਗੌਰਮੈਂਟ ਨੇ ਵੀ ਟਾਈਗਰ ਆਫ ਲਾਇਨ ਦਾ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਹੈ। ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਸਤੇ ਬੜੇ ਮਾਣ ਦੀ ਗੱਲ ਹੈ, ਬਹੁਤ ਮਾਣ ਦੀ ਗੱਲ ਹੈ। ਹੋਰ ਵੀਰ ਜੀ, ਆਪ ਜੀ ਵੱਲੋਂ ਦੱਸਿਆ ਗਿਆ ਸੀਗਾ ਕਿ ਜਿਹੜਾ ਖਾਲਸਾ ਏਡ ਜਿਹੜੀ ਹੈਗੀ ਹੈ ਉਹਨਾਂ ਦੇ ਵੀਰ ਜੀ ਰਵੀ ਸਿੰਘ ਜੀ, ਇਹ ਵੀ ਤੁਹਾਡੇ ਨਾਲ ਜੁੜੇ ਹੋਏ ਨੇ? ਹਾਂ, ਰਵੀ ਸਿੰਘ ਜੀ ਦੇ ਨਾਲ ਅਸੀਂ ਉਹਨਾਂ 2 ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਾਂ। ਪਹਿਲਾ ਪ੍ਰੋਜੈਕਟ ਹੈਗਾ ਵਾ ਜਿਹੜਾ ਗੁਰੂ ਨਾਨਕ ਵਿਦਿਆ ਕੇਂਦਰ ਕੋਚਿੰਗ ਇੰਸਟੀਟਿਊਸ਼ਨ ਜਿਹੜੀ ਦੀ ਮੈਂ ਗੱਲ ਕੀਤੀ ਸੀ, ਉਹਦੇ ਵਿੱਚ ਖਾਲਸਾ ਏਡ ਸਾਨੂੰ ਸੰਪੂਰਨ ਸਹਿਯੋਗ ਦੇ ਰਿਹਾ। ਔਰ ਸੈਕੰਡ ਜਿਹੜਾ ਹੈ, ਇਹਨਾਂ ਸਮੇਂ ਦਰਮਿਆਨ ਜਦੋਂ ਅਸੀਂ ਆਕਸੀਜਨ ਦੀਆਂ ਮਸ਼ੀਨਾਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਹੁਤ ਧਨਾੜ ਸੰਸਥਾ ਨਹੀਂ ਹੈਗੀ, ਪਰ ਸਤਿਗੁਰ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਹੋ ਜਾਂਦੇ ਨੇ। ਅਸੀਂ 0 ਤੋਂ ਸ਼ੁਰੂ ਹੋ ਕੇ 0 'ਚ ਖਤਮ ਹੋ ਜਾਂਦੇ, ਕਾਰਜ ਫਿਰ ਵੀ ਹੋ ਜਾਂਦੇ ਆ। ਅਤੇ ਇਹ ਸਾਰੀਆਂ ਮਸ਼ੀਨਾਂ ਲਗਭਗ ਸਾਨੂੰ ਖਾਲਸਾ ਏਡ ਅਤੇ ਯੂਨਾਈਟਿਡ ਸਿੱਖ ਦੋਵਾਂ ਨੇ ਸਾਨੂੰ ਦਿੱਤੀਆਂ, ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਆਪਣਾ ਕੰਮ ਕਰਨਾ ਬਹੁਤ ਆਸਾਨ ਹੋਇਆ। ਅਤੇ ਅੱਜ ਉਹਨਾਂ ਦੇ ਨਾਲ ਸਾਡਾ CMO ਸਾਈਨ ਹੈਗਾ, ਜਿਹਦੇ ਨਾਲ ਅਸੀਂ ਅਗਲੇ ਕਾਰਜ ਜਿਹੜੇ ਨੇ ਬੜੇ ਆਸਾਨੀ ਦੇ ਨਾਲ ਕਰ ਪਾ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਇੰਨੀਆਂ ਵੱਡੀਆਂ ਗਹਿਰੀ ਆਪਣੇ ਮਤ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਗਏ। ਕੱਟ ਕਰਿਆ ਸਾਨੂੰ ਇਹ ਮਾਣ ਹੈਗਾ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਜਿੱਥੇ ਦੁਨੀਆ 'ਚ ਮੱਲਾਂ ਮਾਰੀਆਂ ਅਤੇ ਵਿਸ਼ਵ ਪੱਧਰ 'ਤੇ ਉਹਨਾਂ ਨੂੰ ਸੰਸਥਾਵਾਂ ਨੇ ਸਹਿਯੋਗ ਦਿੱਤਾ ਹੈ, ਜਿੱਥੇ ਗੌਰਮੈਂਟ ਆਫ ਇੰਡੀਆ ਨੇ ਵੀ ਆਪਣਾ ਮਾਣ ਦਿੱਤਾ ਹੈ, ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਅਤੇ ਅਲੱਗ-ਅਲੱਗ ਵੱਡੀਆਂ ਸੁਸਾਇਟੀਆਂ ਨੇ ਮਾਣ ਦਿੱਤਾ ਹੈ, ਉੱਥੇ ਸ਼੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੇਵਾ ਕਰ ਰਿਹਾ। ਅਤੇ ਇਸ ਵੇਲੇ ਸ਼੍ਰੀ ਅਕਾਲ ਤਖ਼ਤ ਦੇ ਆਨਰੇਬਲ ਸੈਕਟਰੀ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਆ, ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਊਂਡਰ ਮੈਂਬਰ ਨੇ। ਉੱਥੇ 2 ਸਲਾਹਕਾਰ ਵੀਰ ਜਿਹੜੇ ਨੇ ਉਹ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਨੋਮੀਨੇਟ ਕੀਤੇ ਗਏ ਨੇ। ਇਸ ਕਰਕੇ ਸਾਨੂੰ ਮਾਣ ਹੈ ਕਿ ਪਿਛਲੇ ਦਿਨਾਂ 'ਚ ਇੱਕ ਵਿਚਾਰ ਚੱਲੀ ਸੀ ਕਿ ਆਪਣਾ ਸਿੱਖਾਂ ਦਾ ਵਰਲਡ ਸਿੱਖ ਬੈਂਕ ਹੋਣਾ ਚਾਹੀਦਾ ਹੈ, ਔਰ ਇਹ ਗੱਲ ਨੂੰ ਚੱਲੇ ਕੇਵਲ ਅੱਜ 15 ਦਿਨ ਨਹੀਂ ਬੀਤੇ ਅਤੇ ਕੱਲ੍ਹ ਜਥੇਦਾਰ ਹੋਣਾ ਨੇ ਉਹਦੀ ਅਨਾਊਂਸਮੈਂਟ ਕਰ ਦਿੱਤੀ ਕਿ ਵਰਲਡ ਸਿੱਖ ਬੈਂਕ ਆਪਣਾ ਬਣਨਾ ਚਾਹੀਦਾ ਹੈ। ਅਤੇ ਦੂਸਰਾ ਇੱਕ ਮਾਣ ਦੀ ਗੱਲ ਹੈ ਕਿ ਆਪਣਾ ਐਜੂਕੇਸ਼ਨਲ ਬੋਰਡ ਹੋਣਾ ਚਾਹੀਦਾ ਹੈ। ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਬੜੀ ਪੁਰਾਣੀ ਮੰਗ ਸੀ, ਉਸ ਨੂੰ ਵੀ ਅਕਾਲ ਤਖ਼ਤ ਸਾਹਿਬ ਨੇ ਕੱਲ੍ਹ ਪ੍ਰਵਾਨ ਕਰਕੇ ਜਥੇਦਾਰ ਅਕਾਲ ਤਖ਼ਤ ਨੇ ਅਨਾਊਂਸਮੈਂਟ ਕਰ ਦਿੱਤਾ ਹੈ, ਔਰ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਜਿਹੜੀਆਂ ਸੰਸਥਾਵਾਂ ਇਹਦੇ 'ਚ ਕਾਰਜ ਕਰ ਰਹੀਆਂ ਉਹ ਉਸ ਦੀ ਰੂਪਰੇਖਾ ਬਣਾਉਣ, ਅਤੇ ਇਹ ਮਾਣ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਮਿਲ ਰਿਹਾ ਜੀ। ਕਿਆ ਬਾਤ ਹੈ, ਬਹੁਤ ਮਤਲਬ ਵਧਾਈਆਂ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੰਨੇ ਵੱਡੇ ਕੰਮ ਕੀਤੇ ਜਾ ਰਹੇ ਨੇ। ਇਹ ਆਪ ਜੀ ਨੇ ਦੇਖਿਆ ਤੇ ਸੁਣਿਆ, ਸਾਡੇ ਨਾਲ ਵੀਰ ਜੀ ਨਾਲ ਜਿਹੜੀ ਗੱਲਾਂ ਸਾਂਝੀਆਂ ਕੀਤੀਆਂ ਨੇ, ਇਹ ਛੋਟੀ ਮੋਟੀ ਗੱਲ ਨਹੀਂ ਹੈ। ਜੇ ਤੁਹਾਡੀ ਨਜ਼ਰ 'ਚ, ਜੇ ਤੁਹਾਡੇ ਆਸ-ਪਾਸ ਆਲੇ ਦੁਆਲੇ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਨਜ਼ਰ ਆਉਂਦਾ ਹੈ, ਤੇ ਆਪ ਜੀ ਜਮਸ਼ੇਦਪੁਰ ਵਿੱਚ ਸਾਡੇ ਵੀਰ ਸਰਦਾਰ ਗੁਰਦੀਪ ਸਿੰਘ ਸਲੂਜਾ ਜੀ ਨੂੰ ਕੰਟੈਕਟ ਕਰ ਸਕਦੇ ਨੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜੇ ਰਹਿਣ ਲਈ। ਬਹੁਤ ਬਹੁਤ ਧੰਨਵਾਦ। ਮੇਰੀ ਇੱਕ ਬੇਨਤੀ ਹੈ ਕਿ ਜਿੱਥੇ ਅਸੀਂ ਆਪਣੇ ਪਰਿਵਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਹਿੱਸਾ ਬਣਾਉਣਾ ਹੈ, ਉੱਥੇ ਸਾਡੀਆਂ ਆਪਣੀਆਂ ਪ੍ਰਕਾਸ਼ਨਾਂ, ਸਾਡੀਆਂ ਆਪਣੀਆਂ ਮੈਗਜ਼ੀਨਾਂ, 4 ਮੈਗਜ਼ੀਨਾਂ ਚੱਲਦੀਆਂ, ਉਹ ਵੀ ਆਪਣੇ 'ਚ ਘਰ ਵਿੱਚ ਲੈ ਕੇ ਆਓ। ਜਦ ਤੱਕ ਘਰ ਗੁਰੂ ਦੀ ਗੱਲ ਪਹੁੰਚੇਗੀ ਤਾਂ ਹੀ ਗੁਰੂ ਦੀ ਬਾਤ ਸ਼ੁਰੂ ਹੋਏਗੀ। ਅਤੇ ਆਪਣੇ ਬੱਚਿਆਂ ਨੂੰ ਉਹ ਜਥੇਬੰਦੀ ਦਾ ਹਿੱਸਾ ਬਣਾਓ, ਜਿਹੜਾ ਕੌਮ ਦਾ ਹਿੱਸਾ ਬਣਨਾ ਹੈ, ਕਿਉਂਕਿ ਅਸੀਂ ਇੱਕ ਵੱਡੇ ਯੂਨੀਵਰਸਲ ਅੰਬਰੇਲੇ ਦੇ ਥੱਲੇ ਆਵਾਂਗੇ ਅਤੇ ਪੰਥ ਦੀ ਗੱਲ ਕਰ ਸਕਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।